ਹੁਣ ਮੈਂ ਬੇਨਤੀ ਕਰਾਂਗਾ ਕੈਲੀਫੋਰਨੀਆ ਤੋਂ ਆਨੰਦ ਸਿੰਘ, ਉਹਨਾਂ ਦਾ ਨਾਂ ਆਨੰਦ ਸਿੰਘ ਹੈ, ਨਰਿੰਦਰ ਸਿੰਘ ਦੇ ਸਪੁੱਤਰ ਨੇ, ਉਹ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ। ਪਵਿੱਤਰ ਕਰੀਏ ਗੱਜ ਕੇ ਆਖੋ ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ। ਸਭ ਤੋਂ ਪਹਿਲਾਂ ਤੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਾਡੀ ਡੰਡੌਤ ਨਮਸਕਾਰ ਤੇ ਸਾਰੀ ਸਾਧ ਸੰਗਤ ਦੇ ਚਰਨਾਂ ਵਿੱਚ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਬਾਰੇ ਥੋੜਾ ਜਿਹਾ ਪਰਿਚੈ ਦੇ ਦਾਂ। ਮੇਰਾ ਜਨਮ ਮੰਡੀ ਹਿਮਾਚਲ ਪ੍ਰਦੇਸ਼ ਦਾ ਹੈਗਾ ਹੈ। ਉਸ ਤੋਂ ਬਾਅਦ ਉੱਥੋਂ ਸਕੂਲਿੰਗ ਵਗੈਰਾ ਕਰਕੇ ਇੰਜੀਨੀਅਰਿੰਗ ਪਾਸ ਆਊਟ ਕਰਕੇ ਮੈਂ 2 ਸਾਲ ਬੈਂਗਲੌਰ ਵਿਖੇ ਜੌਬ ਕੀਤੀ ਤੇ ਉਸ ਤੋਂ ਬਾਅਦ ਬੈਂਗਲੌਰ ਤੋਂ ਹੀ ਮੈਨੂੰ ਉਹਨਾਂ ਜਿਸ ਕੰਪਨੀ 'ਚ ਮੈਂ ਕੰਮ ਕਰਦਾ ਸੀ ਉਹਨਾਂ ਨੇ ਟ੍ਰਾਂਸਫਰ ਕਰਕੇ US ਵਿੱਚ ਬੋਸਟਨ ਨਾਮ ਦੇ ਸ਼ਹਿਰ ਦੇ ਅੰਦਰ ਮੇਰੀ ਟ੍ਰਾਂਸਫਰ ਕੀਤੀ। 7 ਸਾਲ ਸਾਧ ਸੰਗਤ ਜੀ ਮੈਂ ਬੋਸਟਨ ਵਿੱਚ ਰਿਹਾ। ਉਸ ਤੋਂ ਬਾਅਦ ਹੁਣ ਪਿਛਲੇ 3 ਸਾਲਾਂ ਤੋਂ ਮੈਂ ਲਾਸ ਐਂਜਲਸ ਕੈਲੀਫੋਰਨੀਆ ਏਰੀਆ ਦੇ ਵਿੱਚ ਜੌਬ ਕਰ ਰਿਹਾ। ਇੱਥੇ ਕੋਲੋਜਿਕ ਨਾਮ ਦੀ ਕੰਪਨੀ ਦੇ ਅੰਦਰ ਮੇਰੀ ਐਗਜ਼ੀਕਿਊਟਿਵ ਡਾਇਰੈਕਟਰ ਦੀ ਪੋਸਟ ਦੀ ਜੌਬ ਹੈਗੀ ਹੈ ਤੇ ਹੁਣੇ 3 ਦਿਨ ਪਹਿਲਾਂ ਹੀ ਐਕਚੁਅਲੀ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਮੇਰੀ ਪ੍ਰੋਮੋਸ਼ਨ ਹੋਈ ਹੈ ਡਾਇਰੈਕਟਰ ਲੈਵਲ ਤੋਂ ਐਗਜ਼ੀਕਿਊਟਿਵ ਡਾਇਰੈਕਟਰ ਲੈਵਲ ਦੀ ਤੇ ਮੈਂ ਉਹਦੇ ਵਾਸਤੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕੋਟਾਨ ਹੀ ਕੋਟ ਧੰਨਵਾਦ ਕਰਦਾ। ਪਿਛਲੇ ਕਈ ਦਿਨਾਂ ਤੋਂ ਸੰਮੇਲਨ ਦੇ ਅੰਦਰ ਸਾਰੇ ਬੁਲਾਰਿਆਂ ਨੂੰ ਸੁਣ ਕੇ, ਸਾਰਿਆਂ ਦੀ ਇਨਸਪਾਇਰਿੰਗ ਸਟੋਰੀਜ਼ ਨੂੰ ਸੁਣ ਕੇ ਮੇਰੇ ਦਿਲ ਵਿੱਚ ਵੀ ਮੈਨੂੰ ਵੀ ਪ੍ਰੇਰਣਾ ਮਿਲੀ ਕਿ ਮੈਂ ਵੀ ਅੱਗੇ ਹੋ ਕੇ ਆਪਣੀ ਜਿਹੜੇ ਲਾਈਫ ਦੇ ਐਕਸਪੀਰੀਐਂਸਿਸ ਨੇ ਸਿੱਖ ਹੋਣ ਕਰਕੇ, ਨਾਮਧਾਰੀ ਹੋਣ ਕਰਕੇ ਉਹ ਮੈਂ ਆਪ ਜੀ ਦੇ ਨਾਲ ਸਾਰਿਆਂ ਦੇ ਨਾਲ ਸਾਂਝੇ ਕਰਾਂ। ਕੁਝ ਦਿਨ ਪਹਿਲਾਂ ਸੰਤ ਗੁਰਮੀਤ ਸਿੰਘ ਜੀ, ਮੇਰਾ ਖਿਆਲ ਉਹਨਾਂ ਦਾ ਨਾਮ ਸੀ, ONGC ਤੋਂ, ਉਹਨਾਂ ਨੇ ਵੀ ਸ਼ੇਅਰ ਕੀਤਾ ਸੀ ਕਿ ਕਿਸ ਤਰ੍ਹਾਂ ਇਸੇ ਦਸਤਾਰ ਦੇ ਅੰਦਰ, ਇਸੇ ਦਾੜੇ ਦੇ ਅੰਦਰ ਉਹਨਾਂ ਨੇ ਆਪਣੀ ਕਾਰਪੋਰੇਟ ਲਾਈਫ ਕਿਸ ਤਰ੍ਹਾਂ ਉਹ ਜੀਂਦੇ ਨੇ, ਅਲੱਗ-ਅਲੱਗ ਕਾਨਫਰੰਸਿਸ ਜਾ ਕੇ ਉਹ ਅਟੈਂਡ ਕਰਦੇ ਨੇ। ਮੇਰਾ ਵੀ ਐਕਸਪੀਰੀਅੰਸ ਬਿਲਕੁਲ ਉਹੋ ਜਿਹਾ ਹੀ ਰਿਹਾ ਹੈ ਕਿ ਇਸੇ ਦਸਤਾਰ ਦੇ ਅੰਦਰ ਜਿਹੜੀ ਇੱਕ ਪਹਿਚਾਨ ਸਾਡੇ ਸਤਿਗੁਰਾਂ ਨੇ ਸਾਨੂੰ ਬਖਸ਼ੀ ਏ, ਇਹ ਪਹਿਚਾਨ ਜਿਹਨੂੰ ਵੀ ਅਸੀਂ ਮਿਲੀਏ, ਜਿਹਦੇ ਨਾਲ ਕੋਈ ਵੀ ਗੱਲ ਕਰੀਏ, ਉਹ ਹਮੇਸ਼ਾ ਹੀ ਉਹਨਾਂ ਨੂੰ ਯਾਦ ਰਹਿੰਦੀ ਏ। ਤੇ ਸਪੈਸ਼ਲੀ ਇੱਥੇ ਇੰਡੀਆ ਤੋਂ ਇੰਨਾ ਦੂਰ ਰਹਿੰਦੇ ਆ, ਕਈਆਂ ਨੂੰ ਤਾਂ ਸਿੱਖੀ ਬਾਰੇ ਨਹੀਂ ਪਤਾ, ਨਾਮਧਾਰੀ ਪੰਥ ਤੇ ਬੜੀ ਦੂਰ ਦੀ ਗੱਲ ਏ, ਲੇਕਿਨ ਉਹ ਪਹਿਚਾਨ ਕਰਕੇ ਜਦੋਂ ਵੀ ਕੋਈ ਕਿਸੇ ਨੇ ਗੱਲ ਕਰਨੀ ਤੇ ਜ਼ਰੂਰ ਪੁੱਛਣਾ ਕਿ ਤੁਹਾਡਾ ਕੀ ਰਿਲੀਜਨ ਹੈਗਾ ਹੈ, ਸਾਡੇ ਸਤਿਗੁਰਾਂ ਦੇ ਬਾਰੇ ਪੁੱਛਣਾ। ਤੇ ਉਹ ਪਹਿਚਾਨ ਹਮੇਸ਼ਾ ਹੀ ਮੇਰੀ ਕਰੀਅਰ ਦੇ ਅੰਦਰ, ਪਰਸਨਲ ਲਾਈਫ ਦੇ ਅੰਦਰ ਹਮੇਸ਼ਾ ਹੀ ਉਹ ਇੱਕ ਜਿਹੜਾ ਹੈਲਪ ਕਰਦੀ ਆਈ ਹੈ। ਇਸ ਤੋਂ ਇਲਾਵਾ ਅਸੀਂ ਸਾਰੇ ਜਾਣਦੇ ਕਿ ਅਸੀਂ ਸਾਰੇ ਕਿੰਨੇ ਭਾਗਾਂ ਵਾਲੇ ਹੈਗੇ ਆ। ਪਹਿਲਾਂ ਮਨੁੱਖਾ ਜਨਮ ਮਿਲਣਾ ਇੰਨਾ ਔਖਾ ਹੈ, ਮਨੁੱਖਾ ਜਨਮ ਮਿਲਣ ਤੋਂ ਬਾਅਦ ਇੱਕ ਸਿੱਖ ਪਰਿਵਾਰ ਵਿੱਚ ਜਨਮ ਲੈਣਾ, ਨਾਮਧਾਰੀ ਪੰਥ ਵਿੱਚ ਆਣਾ, ਉਸ ਤੋਂ ਬਾਅਦ ਆਪਣੇ ਸਤਿਗੁਰਾਂ ਦੀ ਬਾਣੀ ਸੁਣਨੀ, ਹੁਕਮ ਸੁਣਨੇ, ਉਹਨਾਂ ਤੇ ਰਸਤੇ ਤੇ ਚੱਲਣ ਦਾ ਇੱਕ ਪ੍ਰਯਾਸ ਕਰਨਾ। ਅਸੀਂ ਵੈਸੇ ਹੀ ਬੜੇ ਭਾਗਾਂ ਵਾਲੇ ਹਾਂ, ਲੇਕਿਨ ਇੰਨੇ ਸਾਰੇ ਭਾਗਾਂ ਵਾਲੇ ਹੋਣ ਤੋਂ ਬਾਵਜੂਦ ਵੀ ਮੈਨੂੰ ਲੱਗਦਾ ਅਸੀਂ ਸਾਰੇ ਹੀ ਮੰਨਾਂਗੇ ਕਿ ਜਿੰਨਾ ਵੀ ਅਸੀਂ ਆਪਣੀ ਜ਼ਿੰਦਗੀ ਵਿੱਚ ਡਿਜ਼ਰਵ ਕਰਦੇ ਹਾਂ, ਸਤਿਗੁਰ ਦੀ ਬਖਸ਼ਿਸ਼ ਉਸ ਤੋਂ ਕਈ ਗੁਣਾ ਜ਼ਿਆਦਾ ਹੁੰਦੀ ਹੈ। ਸਾਨੂੰ ਕਈ ਚੀਜ਼ਾਂ, ਭਾਵੇਂ ਉਹ ਪ੍ਰੋਫੈਸ਼ਨਲ ਲਾਈਫ ਵਿੱਚ, ਪਰਸਨਲ ਲਾਈਫ ਵਿੱਚ, ਕਿਸੇ ਵੀ ਕਰਕੇ, ਭਾਵੇਂ ਉਹ ਮਟੀਰੀਅਲਿਸਟਿਕ ਚੀਜ਼ਾਂ ਹੋਣ, ਸੱਚੇ ਪਾਤਸ਼ਾਹ ਦੀ ਸਾਡੇ ਤੇ ਬਖਸ਼ਿਸ਼, ਸਾਡੀ ਜਿੰਨਾ ਅਸੀਂ ਡਿਜ਼ਰਵ ਕਰਦੇ ਹਾਂ ਉਸ ਤੋਂ ਕਈ ਜ਼ਿਆਦਾ ਸਾਨੂੰ ਬਖਸ਼ਿਸ਼ ਕਰਦੇ ਨੇ। ਤੇ ਮੇਰੇ ਨਾਲ ਵੀ ਪਿਛਲੇ ਕਈ ਸਾਲਾਂ ਤੋਂ ਜਦੋਂ ਮੈਂ ਆਪਣੀ ਜ਼ਿੰਦਗੀ ਨੂੰ ਪਿੱਛੇ ਹੋ ਕੇ ਦੇਖਦਾ ਵਾਂ ਕਿ ਉਹ ਕਿਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਹਰ ਮੋੜ ਤੇ ਸਹਾਇਕ ਬਣੇ ਨੇ, ਕਿਸ ਤਰ੍ਹਾਂ ਉਹ ਰਾਹ ਦਿਖਾਉਂਦੇ ਆਏ ਨੇ, ਤੇ ਕੁਝ ਇਨਸੀਡੈਂਟਸ ਮੈਂ ਆਪ ਜੀ ਦੇ ਨਾਲ ਅੱਜ ਸਾਂਝੇ ਕਰਨੇ ਨੇ। ਸਭ ਤੋਂ ਪਹਿਲਾਂ ਤੇ ਛੋਟੇ ਹੁੰਦੇ ਹੀ, ਬਚਪਨ ਤੋਂ ਹੀ ਮੇਰੇ ਘਰੋਂ ਮੇਰੇ ਤਾਈ ਜੀ ਬੀਬੀ ਸਿਮਰਜੀਤ ਕੌਰ, ਸ਼ਾਇਦ ਆਪ ਸਾਰਿਆਂ ਨੇ ਉਹਨਾਂ ਦਾ ਨਾਮ ਸੁਣਿਆ ਹੋਵੇਗਾ, ਮੇਰੇ ਮਾਤਾ ਜੀ, ਪਿਤਾ ਜੀ, ਹੋਰ ਪਰਿਵਾਰ ਦੇ ਸਾਰੇ ਜੀ ਮੈਨੂੰ ਅੱਗੇ ਹੋ ਕੇ ਸਤਿਗੁਰੂ ਜਗਜੀਤ ਸਿੰਘ ਦੇ ਚਰਨਾਂ ਨਾਲ ਲਾਇਆ, ਪ੍ਰੇਰਿਆ ਕਿ ਜਾ ਕੇ ਗੁਰਦੁਆਰੇ ਵਿੱਚ ਸਟੇਜ ਵਿੱਚ ਕਿਸ ਤਰ੍ਹਾਂ ਬਹਿਣਾ ਹੈ, ਬੋਲਣਾ ਕਿਸ ਤਰ੍ਹਾਂ ਹੈਗਾ ਹੈ, ਸੱਚੇ ਪਾਤਸ਼ਾਹ ਦੇ ਚਰਨਾਂ ਦੀ ਨੇੜਤਾ ਕਿਸ ਤਰ੍ਹਾਂ ਲੈਣੀ ਹੈਗੀ ਏ। ਤੇ ਉਹ ਬਚਪਨ ਤੋਂ ਉਹ ਜਿਹੜੇ ਬੀਜ ਪਾਏ ਗਏ, ਉਹ ਅੱਜ ਤੱਕ ਮੈਂ ਦੇਖਦਾ, ਨਾ ਕਿ ਸਿਰਫ ਰਿਲੀਜੀਅਸ ਤੌਰ ਤੇ ਕਿ ਕਿਸ ਤਰ੍ਹਾਂ ਉਹ ਹੈਲਪ ਕਰਦੇ ਆਏ ਨੇ, ਸੱਚੇ ਪਾਤਸ਼ਾਹ ਜੀ ਕਿਸ ਤਰ੍ਹਾਂ ਬਖਸ਼ਿਸ਼ ਕਰਦੇ ਨੇ, ਲੇਕਿਨ ਇੱਕ ਕਰੀਅਰ ਓਰੀਐਂਟਡ ਤੌਰ ਤੇ ਵੀ ਇੱਕ ਕੌਨਫੀਡੈਂਸ ਜਿਹੜਾ ਬਚਪਨ ਤੋਂ ਅੰਦਰ ਆਇਆ, ਉਹ ਕਰੀਅਰ ਵਾਈਜ਼, ਆਪਣੀ ਐਜੂਕੇਸ਼ਨ ਵਾਈਜ਼ ਹਰ ਥਾਂ ਤੇ ਉਹਨੇ ਜਗ੍ਹਾ ਹੈਲਪ ਕੀਤੀ। ਤੇ ਸੱਚੇ ਪਾਤਸ਼ਾਹ ਦੇ ਨਾਲ ਜਿੰਨੀ ਵੀ ਨੇੜਤਾ ਹੋਈ, ਉਹ ਹਮੇਸ਼ਾ ਇਹੀ ਲੱਗਦਾ ਰਿਹਾ ਕਿ ਸੱਚੇ ਪਾਤਸ਼ਾਹ ਜੀ ਕਿਸੇ ਵੀ ਕਰਕੇ, ਕੁਝ ਵੀ ਕਰਕੇ ਪਿਆਰ, ਆਪਣਾ ਪਿਆਰ ਜਿਹੜਾ ਉਹ ਸਾਨੂੰ ਦਿੰਦੇ ਰਹਿਣ। ਤੇ ਜਿਸ ਤਰ੍ਹਾਂ ਵੱਡਾ ਹੋਇਆ, ਕੁਝ ਇਨਸੀਡੈਂਟਸ, ਜਿਹੜੇ ਮੈਜੀਕਲ ਇਨਸੀਡੈਂਟਸ ਵੀ ਅਸੀਂ ਕਹਿ ਸਕਦੇ ਹਾਂ, ਉਹ ਆਪਣੇ ਨਾਲ ਵਾਪਰਨੇ ਸ਼ੁਰੂ ਹੋਏ। ਸਭ ਤੋਂ ਪਹਿਲੀ ਗੱਲ, ਜਦੋਂ ਮੇਰੀ ਨੇੜਤਾ ਸੱਚੇ ਪਾਤਸ਼ਾਹ ਦੇ ਨਾਲ ਪਹਿਲੀ ਵਾਰ ਹੋਈ ਸਤਿਗੁਰੂ ਜਗਜੀਤ ਸਿੰਘ ਜੀ ਦੇ ਨਾਲ, ਮੇਰੇ ਘਰਦਿਆਂ ਨੇ, ਮਾਤਾ ਪਿਤਾ ਜੀ ਨੇ ਅਰਜ਼ ਕੀਤੀ ਦਸਤਾਰਬੰਦੀ ਵਾਸਤੇ, ਤੇ ਮੈਨੂੰ ਹਮੇਸ਼ਾ ਇਹ ਸੀ ਕਿ ਸੱਚੇ ਪਾਤਸ਼ਾਹ ਜੀ ਦਸਤਾਰ ਮੈਨੂੰ ਬਣਨ ਦੀ ਕਿਰਪਾ ਆਪਣੇ ਆਪ ਕਰਨ, ਲੇਕਿਨ ਕਦੀ ਅਰਜ਼ ਨਹੀਂ ਕੀਤੀ ਸੀ। ਤੇ ਘਰੋਂ ਮੇਰੇ ਮਾਤਾ ਜੀ, ਪਿਤਾ ਜੀ ਹੋਰਾਂ ਨੇ ਦੱਸਿਆ ਕਿ ਇਸ ਤਰ੍ਹਾਂ ਅਰਜ਼ ਕਰਨੀ ਹੈ ਕਿ ਜਾ ਕੇ ਸੱਚੇ ਪਾਤਸ਼ਾਹ ਜੀ ਨੂੰ ਕਹਿਣਾ ਹੈ
ਕਿ ਪਾਤਸ਼ਾਹ ਜੀ ਤੁਸੀਂ ਆਪ ਕਿਰਪਾ ਕਰੋ। ਮੈਂ ਇਹੀ ਲਾਈਨ ਆਪਣੇ ਅੰਦਰ ਬਾਰ-ਬਾਰ ਦੁਹਰਾਉਂਦਾ ਗਿਆ, ਲੇਕਿਨ ਜਦੋਂ ਉੱਥੇ ਮੌਕਾ ਆਇਆ ਤੇ ਨਰਵਸਨੈਸ ਹੋਣ ਕਰਕੇ ਮੈਂ ਅਰਜ਼ ਕਰ ਹੀ ਨਾ ਸਕਿਆ। ਲੇਕਿਨ ਸਤਿਗੁਰੂ ਜਗਜੀਤ ਸਿੰਘ ਜੀ ਉਹ ਅਕਾਲ ਪੁਰਖ ਨੇ, ਅੰਤਰਯਾਮੀ, ਸਾਰੇ ਦਿਲਾਂ ਦੀ ਜਾਣਨ ਵਾਲੇ ਨੇ, ਉਹਨਾਂ ਨੇ ਫਿਰ ਵੀ ਆਪ ਕਿਰਪਾ ਕੀਤੀ। ਉਹਨਾਂ ਨੇ ਇਸ ਤਰ੍ਹਾਂ ਬਖਸ਼ਿਸ਼ ਕੀਤੀ ਮੇਰੇ ਉੱਪਰ। ਇਸ ਤਰ੍ਹਾਂ ਹੀ ਕੁਝ ਚਿਰ ਬਾਅਦ ਜਦੋਂ ਮੈਂ ਜੌਬ ਕਰਨੀ ਸ਼ੁਰੂ ਕੀਤੀ, ਅਸੀਂ ਸਾਰੇ ਜਾਣਦੇ ਹਾਂ ਦਸਵੰਧ ਦੇਣ ਦਾ ਕਿੰਨਾ ਜ਼ਿਆਦਾ ਸੱਚੇ ਪਾਤਸ਼ਾਹ ਜੀ ਉਪਦੇਸ਼ਾਂ ਵਿੱਚ ਵੀ ਆਉਂਦਾ ਹੈ ਤੇ ਸਾਨੂੰ ਸਾਰਿਆਂ ਨੂੰ ਦੇਣਾ ਚਾਹੀਦਾ ਹੈ। ਲੇਕਿਨ ਜਦੋਂ ਵੀ ਮੈਂ ਜੌਬ ਸ਼ੁਰੂ ਕੀਤੀ, ਮੇਰੀ ਪਹਿਲੀ ਜੌਬ, ਮੈਨੂੰ ਹਮੇਸ਼ਾ ਇਹ ਸੀ ਕਿ ਜਿਹੜੀ ਮੇਰੀ ਪਹਿਲੀ ਸੈਲਰੀ ਹੋਏਗੀ ਉਹ ਮੈਂ ਜਾ ਕੇ ਸਤਿਗੁਰੂ ਜਗਜੀਤ ਸਿੰਘ ਦੇ ਚਰਨਾਂ ਵਿੱਚ ਮੈਂ ਮੱਥਾ ਟੇਕਾਂ। ਤੇ ਸਾਧ ਸੰਗਤ ਜੀ, ਮੈਂ ਜਦੋਂ ਜਾ ਕੇ ਭੈਣੀ ਸਾਹਿਬ ਸੱਚੇ ਪਾਤਸ਼ਾਹ ਦੇ ਮੱਥਾ ਟੇਕੀ, 2009 ਦੀ ਇਹ ਗੱਲ ਏ। ਉਸ ਟਾਈਮ ਸੱਚੇ ਪਾਤਸ਼ਾਹ ਜੀ ਦੇ ਕਰਕੇ ਕਈ ਵਾਰੀ ਨੇਤਰ ਖੋਲ ਕੇ ਦਰਸ਼ਨ ਵੀ ਨਹੀਂ ਦਿੰਦੇ ਸਨ। ਤੇ ਮੈਂ ਸੈਲਰੀ ਟੇਕ ਕੇ ਕੋਠੀਓਂ ਬਾਹਰ ਆ ਗਿਆ ਤੇ ਮੇਰੇ ਦਿਲ ਵਿੱਚ ਫਿਰ ਅਣਜਾਣ ਹੋ ਕੇ ਇਹੀ ਗੱਲ ਆਈ ਕਿ ਸੱਚੇ ਪਾਤਸ਼ਾਹ ਨੂੰ ਕਿਸ ਤਰ੍ਹਾਂ ਪਤਾ ਚੱਲੇਗਾ ਕਿ ਕੌਣ ਆ ਕੇ ਮੱਥਾ ਟੇਕ ਕੇ ਗਿਆ। ਲੇਕਿਨ ਫਿਰ ਉਹੀ ਗੱਲ, ਅੰਤਰਯਾਮੀ ਅਕਾਲ ਪੁਰਖ ਸਤਿਗੁਰੂ ਜਗਜੀਤ ਸਿੰਘ ਜੀ, ਉਹਨਾਂ ਨੇ 5 ਮਿੰਟ ਬਾਅਦ ਹੀ ਆਪਣੇ ਸੇਵਕ ਰਾਹੀਂ ਫੋਨ ਕਰਕੇ ਪਤਾ ਕਰਵਾਇਆ ਕਿ ਕੌਣ ਮੱਥਾ ਟੇਕ ਕੇ ਗਿਆ, ਉਹ ਕੌਣ ਲੜਕਾ ਹੈ, ਕਿੱਥੇ ਜੌਬ ਕਰਦਾ ਹੈ। ਫਿਰ ਉਹਨਾਂ ਨੇ ਦਿਲ ਦੀ ਬੁੱਝ ਕੇ ਬਖਸ਼ਿਸ਼ ਇਸ ਤਰ੍ਹਾਂ ਕੀਤੀ। ਉਸ ਤੋਂ ਬਾਅਦ ਜਦੋਂ ਮੈਂ US ਆ ਗਿਆ ਤੇ ਮੈਂ ਜਿਸ ਤਰ੍ਹਾਂ ਦੱਸਿਆ, ਕਈ ਮੇਰੇ ਨਾਲ ਮੂਮੈਂਟਸ ਇਸ ਤਰ੍ਹਾਂ ਦੇ ਹੋਏ ਕਿ ਇਨਡਾਇਰੈਕਟਲੀ ਜਾਂ ਡਾਇਰੈਕਟਲੀ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਜਨਾਨਾ ਕਿ ਜ਼ਿੰਦਗੀ ਦੇ ਕਿਸੇ ਵੀ ਮੂਮੈਂਟ ਤੋਂ ਬਾਹਰ ਆਉਣ ਵਾਸਤੇ ਕੀ ਰਾਹ ਹੈਗਾ। ਤੇ ਉਹ ਕੁਝ ਇਨਸੀਡੈਂਟਸ ਮੈਂ ਆਪ ਜੀ ਦੇ ਨਾਲ ਸਾਂਝੇ ਕਰਨੇ ਨੇ ਕਿ ਕਿਸ ਤਰ੍ਹਾਂ ਇਨਡਾਇਰੈਕਟ ਵੇ ਨਾਲ ਸੱਚੇ ਪਾਤਸ਼ਾਹ ਜੀ ਨੇ ਉਹ ਰਸਤੇ ਜਿਹੜੇ ਸਨ, ਉਹ ਮੂਮੈਂਟ ਜਿਹੜੇ ਸਨ, ਉਹ ਸੋਲਵ ਕੀਤੇ। ਸਭ ਤੋਂ ਪਹਿਲਾਂ ਜਦੋਂ ਮੇਰਾ US ਆਉਣ ਦਾ ਵੇਰਵਾ ਬਣਿਆ, ਮੈਂ ਬੈਂਗਲੌਰ ਜੌਬ ਕਰਦਾ ਸੀ। ਉਸ ਟਾਈਮ ਬੋਸਟਨ ਦਾ ਇਹ ਪ੍ਰੋਜੈਕਟ ਸੀ, ਮੈਨੂੰ ਸਿਰਫ 1.5 ਸਾਲ ਦਾ ਐਕਸਪੀਰੀਅੰਸ ਸੀ ਤੇ ਕਾਫੀ ਸਾਰੇ ਮੇਰੇ ਮੈਨੇਜਰਸ, ਹੋਰ ਐਗਜ਼ੀਕਿਊਟਿਵਸ ਨੇ ਬੋਲਿਆ ਕਿ ਇੰਨੇ ਘੱਟ ਐਕਸਪੀਰੀਅੰਸ ਵਾਲਾ ਲੜਕਾ ਬੋਸਟਨ ਜਾ ਕੇ ਇੰਨਾ ਹਾਈ ਪ੍ਰੋਫਾਈਲ ਦਾ ਪ੍ਰੋਜੈਕਟ ਨਹੀਂ ਕਰ ਸਕਦਾ। ਕਈਆਂ ਨੇ ਆ ਕੇ ਮੈਨੂੰ ਧਮਕੀ ਦਿੱਤੀ ਕਿ ਤੈਨੂੰ ਅਸੀਂ ਜੌਬ ਤੋਂ ਕੱਢ ਦਾਂਗੇ, ਤੇਰਾ ਤਾਂ ਵੀਜ਼ਾ ਵੀ ਨਹੀਂ ਲੱਗਣਾ, ਇੰਨੇ ਘੱਟ ਐਕਸਪੀਰੀਅੰਸ ਨੂੰ ਤੇ ਵਰਕਿੰਗ ਵੀਜ਼ਾ ਵੀ ਨਹੀਂ ਮਿਲੇਗਾ। ਲੇਕਿਨ ਫਿਰ ਵੀ ਜਦੋਂ ਵੀ ਮੈਂ ਆ ਕੇ ਇਹ ਟੈਨਸ਼ਨ ਦੇ ਵਿੱਚ ਜਦੋਂ ਨਾਮ ਜਪਣਾ, ਤੇ ਮੈਨੂੰ ਉਸ ਟਾਈਮ ਆਦਤ ਸੀ ਕਿ ਮੈਂ ਨਾਮ ਜਪਦਿਆਂ ਗੁਰਬਾਣੀ ਦੇ ਕੋਈ ਸ਼ਬਦ ਆਪਣੇ ਨਾਲ ਸੁਣਨੇ। ਤੇ ਉਹਨਾਂ ਦਿਨਾਂ ਦੀ ਗੱਲ ਏ, ਮੈਨੂੰ ਹਾਲੇ ਵੀ ਯਾਦ ਏ, ਸੰਤ ਬਲਵੰਤ ਸਿੰਘ ਜੀ ਰਾਗੀ, ਉਹਨਾਂ ਦਾ ਇੱਕ ਸ਼ਬਦ, ਉਹ ਕੋਇਨਸੀਡੈਂਟਲੀ ਤੁਸੀਂ ਕਹਿ ਸਕਦੇ ਹੋ, ਲੇਕਿਨ ਮੇਰੇ ਹਿਸਾਬ ਨਾਲ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਸੀ। ਉਹ ਸ਼ਬਦ ਉਸ ਦਿਨ ਜਿਹੜਾ ਵੀ ਮੈਂ ਸੁਣਿਆ, ਆਪਣੇ ਫੋਨ ਤੋਂ ਲਗਾਇਆ, ਉਹ ਸ਼ਬਦ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ। ਤੇ ਉਹੀ ਗੱਲ ਸੀ, ਇਹ ਜਿਹੜੀ ਤੁਕ ਸੀ, ਇਹਦੇ ਨਾਲ ਮੈਨੂੰ ਇੰਨੀ ਕਾਮਨੈਸ ਆਈ, ਇੰਨੀ ਸ਼ਾਂਤੀ ਮੇਰੀ ਦਿਲ ਦੇ ਅੰਦਰ ਕਿ ਅਸੀਂ ਕਿਉਂ ਚਿੰਤਾ ਕਰਨੀ ਹੈ ਜਦੋਂ ਸਾਨੂੰ ਪੈਦਾ ਕਰਨ ਵਾਲਾ, ਜਿਸ ਪੈਦਾਇਸ਼ ਤੋਂ ਕੀਆ, ਜਦੋਂ ਸਾਨੂੰ ਪੈਦਾ ਕਰਨ ਵਾਲਾ ਉਹ ਹੈ, ਸਾਡੀ ਚਿੰਤਾ ਵੀ ਉਹਨੂੰ ਹੈ। ਤੇ ਸਾਧ ਸੰਗਤ ਜੀ, ਉਸ ਤਰ੍ਹਾਂ ਹੀ ਹੋਇਆ। ਵੀਜ਼ਾ ਵੀ ਲੱਗ ਗਿਆ, ਪ੍ਰੋਜੈਕਟ ਵਾਸਤੇ ਮੈਂ ਬੋਸਟਨ ਵੀ ਆਇਆ, ਪ੍ਰੋਜੈਕਟ ਵੀ ਸਕਸੈਸਫੁਲ ਹੋਇਆ। ਉਸ ਤੋਂ ਕੁਝ ਸਾਲਾਂ ਬਾਅਦ ਇੱਕ ਟਾਈਮ ਐਸਾ ਆਇਆ, ਮੇਰੀ ਬੈਕ ਟੂ ਬੈਕ ਪ੍ਰੋਮੋਸ਼ਨ ਹੋਈ। ਤੇ ਬੜੀ ਰੇਅਰ ਗੱਲ ਹੈ ਕਿ 2 ਸਾਲਾਂ ਵਿੱਚ ਲਗਾਤਾਰ ਪ੍ਰੋਮੋਸ਼ਨ ਹੋਣਾ, ਲੇਕਿਨ ਫਿਰ ਵੀ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਕਈ ਵਾਰੀ ਇਸ ਤਰ੍ਹਾਂ ਹੋਣ ਲੱਗ ਗਿਆ ਕਿ ਕਈਆਂ ਨੇ ਆ ਕੇ ਸਿਫਤ ਕਰਨੀ, ਪ੍ਰੇਜ਼ ਕਰਨੀ ਕਿ ਤੂੰ ਬੜਾ ਇੰਟੈਲੀਜੈਂਟ ਹੈ, ਤੂੰ ਬੜਾ ਸਮਾਰਟ ਹੈ। ਤੇ ਇਹ ਗੱਲਾਂ ਸੁਣ ਕੇ ਆਪਣੇ ਦਿਲ ਵਿੱਚ ਸੁਭਾਵਿਕ ਤੌਰ ਤੇ ਥੋੜਾ ਜਿਹਾ ਮਾਣ ਆਣਾ ਸ਼ੁਰੂ ਹੋ ਗਿਆ। ਲੇਕਿਨ ਫਿਰ ਸੱਚੇ ਪਾਤਸ਼ਾਹ ਨੇ ਇਨਡਾਇਰੈਕਟਲੀ, ਮੈਂ ਇੱਕ ਦਿਨ ਗੁਰਬਾਣੀ ਸੁਣ ਰਿਹਾ ਸੀ, ਸ਼ਾਮ ਦਾ ਦੀਵਾਨ ਮੈਨੂੰ ਯਾਦ ਹੈ, ਹੱਲੀ ਵੀ ਸੁਣ ਰਿਹਾ ਸੀ। ਉਹਦੇ ਵਿੱਚ ਇਹ ਸ਼ਬਦ ਸੀ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਤੇ ਸੱਚੇ ਪਾਤਸ਼ਾਹ ਨੇ ਇਨਡਾਇਰੈਕਟ ਵੇ ਵਿੱਚ ਮੈਨੂੰ ਸਮਝਾਇਆ ਕਿ ਸਾਡਾ ਤੇ ਕੋਈ ਵਜੂਦ ਨਹੀਂ ਹੈਗਾ, ਸਾਨੂੰ ਕੋਈ ਜਾਣਨ ਵਾਲਾ ਨਹੀਂ ਹੈਗਾ। ਇਹ ਜਿੰਨੀ ਵੀ ਪ੍ਰੇਜ਼ ਹੈ, ਜਿੰਨੀ ਵੀ ਸਿਫਤ ਹੈਗੀ ਹੈ, ਇਹ ਸਾਰੀ ਸੱਚੇ ਪਾਤਸ਼ਾਹ ਜੀ ਦੀ ਹੈਗੀ ਹੈ। ਉਹਨਾਂ ਦੀ ਰਜ਼ਾ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਮੋਹਿ ਨਿਰਗੁਣ ਸਭ ਗੁਣ ਤੇਰੇ। ਉਸ ਤੋਂ ਕੁਝ ਸਾਲਾਂ ਦੀ ਬਾਅਦ ਜਿਸ ਤਰ੍ਹਾਂ ਕਰੀਅਰ ਦੇ ਅੰਦਰ ਸਕਸੈਸ ਮਿਲਦੀ ਗਈ, ਕਈ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਜਿਹੜੇ ਖਿਲਾਫ ਗੱਲਾਂ ਕਰਦੇ ਨੇ, ਜੈਲਸੀ ਕਰਕੇ, ਜਾਂ ਹੋਰ ਕਈ ਵੀ ਗੱਲਾਂ ਹੁੰਦੀਆਂ ਨੇ। ਤੇ ਕਈ ਵਾਰੀ ਦਿਲ ਵਿੱਚ ਇਸ ਤਰ੍ਹਾਂ ਗੱਲ ਆਣੀ ਕਿ ਕਿਉਂ ਇਹ ਲੋਕੀ ਇਸ ਤਰ੍ਹਾਂ ਗੱਲ ਕਰਦੇ ਨੇ। ਲੇਕਿਨ ਫਿਰ ਜਿਸ ਤਰ੍ਹਾਂ ਪਹਿਲਾਂ ਮੈਂ ਦੱਸਿਆ, ਗੁਰਬਾਣੀ, ਕੁਝ ਤੁਕਾਂ, ਸਾਰੀ ਗੁਰਬਾਣੀ ਤੇ ਨਹੀਂ ਸਮਝ ਆਉਂਦੀ, ਲੇਕਿਨ ਕੁਝ ਤੁਕਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜੀ ਬਿਲਕੁਲ ਦਿਲ ਵਿੱਚ ਘਰ ਕਰ ਜਾਂਦੀਆਂ ਨੇ। ਤੇ ਵਾਰ ਵਿੱਚ ਆਪ ਜੀ ਸਾਰੇ ਜਾਣਦੇ ਹੋ, ਇੱਕ ਤੁਕ ਆਂਦੀ ਹੈ ਜਿਹੜੀ ਉਸ ਮੂਮੈਂਟ ਵਿੱਚ ਮੇਰੇ ਨਾਲ ਸਹਾਈ ਹੋਈ। ਤੂੰ ਹਰ ਤੇਰਾ ਸਭ ਕੋ ਸਭ ਤੁਦੇ ਉਪਾਏ, ਕਿਛ ਹਾਥ ਕਿਸੈ ਦਾ ਕਿਛ ਨਹੀਂ, ਸਭ ਚੱਲੇ ਚਲਾਏ। ਤੇ ਸੱਚੇ ਪਾਤਸ਼ਾਹ ਨੇ ਦੱਸਿਆ ਕਿ ਸਾਰੀ ਜਿਹੜੀ ਦੁਨੀਆ ਹੈ, ਸਾਰੀ ਉਹਦੇ ਹੁਕਮ ਦੇ ਨਾਲ ਚੱਲਦੀ ਪਈ ਹੈ। ਸਾਡੇ ਕਹਿਣ ਨਾਲ, ਸਾਡੇ ਵਰਤਨ ਨਾਲ ਕੁਝ ਨਹੀਂ ਹੁੰਦਾ, ਸਭ ਉਹਦੇ ਚਲਾਏ ਨੇ। ਜਿਹਨੂੰ ਉਹ ਜੋ ਕੁਝ ਬਖਸ਼ ਰਿਹਾ ਹੈ, ਉਹਦੀ ਕਿਰਪਾ ਹੈਗੀ ਹੈ। ਸਾਨੂੰ ਚਲਾਉਣ ਵਾਲਾ ਵੀ ਉਹੀ ਹੈ, ਉਹਨਾਂ ਲੋਕਾਂ ਨੂੰ ਚਲਾਉਣ ਵਾਲਾ ਵੀ ਉਹੀ ਹੈ। ਸਾਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੋਣੀ ਚਾਹੀਦੀ। ਹੋਰ ਅੱਗੇ ਵੀ ਰਹਿਤਨਾਮੇ ਵਿੱਚ ਵੀ ਅਸੀਂ ਪੜ੍ਹਦੇ ਹਾਂ, ਬੋਲ ਕੁਬੋਲ ਸਹਿ ਜਾਣਾ ਸਭ ਦਾ, ਖਿਮਾ ਧੀਰਜ ਵਾਲਿਆਂ ਦੇ ਗੁਰੂ ਅੰਗ ਸੰਗ ਹੈ। ਇਹ ਤੁਕਾਂ, ਇਹੋ ਤੁਕਾਂ ਨੇ ਜਿਨ੍ਹਾਂ ਨੇ ਮੇਰੀ ਲਾਈਫ ਨੂੰ ਇੱਕ ਲਾਈਫ ਡਿਫਾਈਨਿੰਗ ਮੂਵਮੈਂਟ ਕਰਕੇ, ਉਹਨਾਂ ਨੇ ਮੇਰੇ ਦਿਲ ਵਿੱਚ ਘਰ ਕੀਤਾ। ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਤੇ ਲਾਸਟ ਇਨਸੀਡੈਂਟ ਜਿਹੜਾ ਮੈਨੂੰ ਹੱਲੇ ਵੀ ਯਾਦ ਹੈ, ਵਰਤਮਾਨ ਸਤਿਗੁਰੂ ਜੀ, ਇਹਨਾਂ ਦਾ ਦੌਰਾ 2018 ਦੇ ਵਿੱਚ ਲਾਸ ਐਂਜਲਸ ਵਿਖੇ ਦੌਰਾ ਸੀ।
ਤੇ ਇਹਨਾਂ ਦੀ ਹਜ਼ੂਰੀ ਦੇ ਅੰਦਰ ਰਾਗੀਆਂ ਨੇ ਸ਼ਬਦ ਪੜਿਆ। ਉਸ ਤੋਂ ਬਾਅਦ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਆਪਣੇ ਉਪਦੇਸ਼ ਵਿੱਚ ਵੀ ਸੱਚੇ ਪਾਤਸ਼ਾਹ ਜੀ ਨੇ ਉਹ ਇੱਕ ਲਾਈਨ ਜਿਹੜੀ ਸੀ ਉਹਨੂੰ ਹਾਈਲਾਈਟ ਕੀਤਾ ਕਿ ਤ੍ਰਿਸ਼ਨਾ ਬਿਰਲੇ ਕੀ ਹੀ ਬੁਝੀ ਹੈ। ਤੇ ਇਹ ਲਾਈਨ ਪਹਿਲਾਂ ਦੀ ਤਰ੍ਹਾਂ ਸੌਖੀ ਲਾਈਨ ਸਮਝ ਆ ਗਈ, ਦਿਲ ਵਿੱਚ ਘਰ ਕਰ ਗਈ ਤੇ ਸਮਝ ਆ ਗਿਆ ਕਿ ਇਹ ਜਿੰਨੀ ਵੀ ਜ਼ਿੰਦਗੀ ਹੈਗੀ ਹੈ ਇਹ ਸਾਰਾ ਸੁੱਖ ਦੁੱਖ ਦੇ ਸਾਈਕਲ ਦੇ ਅੰਦਰ ਚੱਲਿਆ ਹੋਇਆ ਹੈ। ਲੇਕਿਨ ਸੁੱਖ ਦੁੱਖ ਤਾਂ ਹੀ ਹੈ ਕਿਉਂਕਿ ਤ੍ਰਿਸ਼ਨਾ ਪਹਿਲਾਂ ਹੀ ਹੈ। ਤੇ ਅਗਰ ਤ੍ਰਿਸ਼ਨਾ ਹੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਜੇ ਅਗਰ ਤ੍ਰਿਸ਼ਨਾ ਹੀ ਬੁੱਝ ਜਾਏ ਤੇ ਨਾ ਸੁੱਖ ਹੋਏਗਾ ਨਾ ਦੁੱਖ ਹੋਏਗਾ। ਅਗਰ ਦੋਨੋਂ ਚੀਜ਼ਾਂ ਹੋਣਗੀਆਂ ਵੀ ਤਾਂ ਸਾਨੂੰ ਕੋਈ ਉਹਦਾ ਇੰਪੈਕਟ ਨਹੀਂ ਹੋਏਗਾ। ਇਹ ਸਾਰੀ ਚੀਜ਼ਾਂ ਸਾਡੇ ਸਤਿਗੁਰਾਂ ਨੇ ਇੰਨੀ ਕਿਰਪਾ ਕੀਤੀ, ਗੁਰਬਾਣੀ ਨੇ ਸੌਖੇ ਢੰਗ ਨਾਲ ਉਹਨਾਂ ਨੇ ਸਾਨੂੰ ਸਮਝਾਇਆ ਕਿ ਜ਼ਿੰਦਗੀ ਜੀਣ ਦੀ ਜਾਂਚ ਕੀ ਹੈ। ਨਾਮ ਸਿਮਰਨ ਗੁਰੂ ਤੇ ਪ੍ਰਤੀਤ ਹੋਣਾ ਤੇ ਬਹੁਤ ਵੱਡੀ ਗੱਲ ਹੈ, ਲੇਕਿਨ ਇੱਕ ਅਸੀਂ ਅਗਰ ਚੰਗੇ ਇਨਸਾਨ ਵੀ ਬਣ ਜਾਵਾਂਗੇ ਤੇ ਉਹ ਵੀ ਸਿੱਖੀ ਦੀ ਪਹਿਲੀ ਪੌੜੀ ਹੁੰਦੀ ਹੈ। ਕਈ ਵਾਰੀ ਅਸੀਂ ਸੱਚੇ ਪਾਤਸ਼ਾਹ ਦੇ ਉਪਦੇਸ਼ ਸੁਣਿਆ। ਸਮਾਪਤ ਕਰਨ ਵਾਸਤੇ ਅਸੀਂ ਸਾਰੇ ਜਾਣਦੇ ਹਾਂ, ਗੁਰਬਾਣੀ ਚ ਆਉਂਦਾ ਹੈ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਮੇਰਾ ਮੰਨਣਾ ਹੈ ਕਿ ਜਿਹੜਾ ਪਹਿਲਾ ਪੈਂਡਾ ਵੀ ਹੁੰਦਾ ਹੈ ਉਹ ਵੀ ਸਤਿਗੁਰ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਹੁੰਦਾ। ਸਤਿਗੁਰ ਹੀ ਬਖਸ਼ਿਸ਼ ਕਰਦੇ ਨੇ, ਉਹ ਹੀ ਪਹਿਲਾ ਪੈਂਡਾ ਵੀ ਸਾਨੂੰ ਆਪ ਚਲਾਉਂਦੇ ਨੇ, ਫਿਰ ਕੋਟ ਪੈਂਡਾ ਆਗੇ ਹੋਏ ਲੇਤ, ਫਿਰ ਉਹ ਹੀ ਸਾਡੀ ਬਖਸ਼ਿਸ਼ ਕਰਦੇ ਨੇ, ਸਾਰੀ ਜ਼ਿੰਦਗੀ ਨੂੰ ਉਹ ਬਖਸ਼ਿਸ਼ਾਂ ਨਾਲ ਭਰਦੇ ਨੇ। ਤੇ ਮੇਰੀ ਵੀ ਸਾਡੀ ਸਾਰੀ ਸੰਗਤ ਦੀ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ ਕਿ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਨਾਮ ਜਪਾਨ, ਆਪਣੇ ਚਰਨਾਂ ਦੇ ਨਾਲ ਹਮੇਸ਼ਾ ਹੀ ਪ੍ਰੀਤ ਬਖਸ਼ਣ, ਪ੍ਰਤੀਤ ਬਖਸ਼ਣ, ਕਿਉਂਕਿ ਉਹਨਾਂ ਦੇ ਬਿਨਾਂ ਸਾਡਾ ਕੋਈ ਨਹੀਂ ਹੈਗਾ। ਗੁਰੂ ਗੁਰੂ ਕਰ ਮਨ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ। ਮੈਂ ਇਹੀ ਕਹਿੰਦਾ ਹੋਇਆ ਸਾਧ ਸੰਗਤ ਜੀ ਕਿ ਮਤ ਇਜਾਜ਼ਤ ਕਰਾਂ। ਸਤਿ ਸ੍ਰੀ ਅਕਾਲ। ਆਨੰਦ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਸੱਚਮੁੱਚ ਹੀ ਆਪਣੇ ਨਾਂ ਦੇ ਵਾਂਗ ਉਹਨਾਂ ਦਾ ਜੀਵਨ ਆਨੰਦਮਈ ਹੈ ਸਤਿਗੁਰੂ ਜੀ ਦੀ ਕਿਰਪਾ ਨਾਲ। ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ। ਕੱਲ੍ਹ ਫਿਰ ਆਪ ਸਭ ਦੇ ਦਰਸ਼ਨ ਕਰਾਂਗੇ। ਬਹੁਤ ਬਹੁਤ ਧੰਨਵਾਦ।